असलामुअलैकुम दोस्तों, ਇਹ ਆਰਿਫ ਵਾਲਾ ਪਾਕਪਤਨ ਡਬਲ ਮੇਨ ਰੋਡ ਤੇ ਉਹ ਸਾਹਮਣੇ ਮੈਂ ਦੋਸਤਾਂ ਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਨਾ। ਇੱਕ ਛੋਟਾ ਜਿਹਾ ਬੱਚਾ ਖੜਾ ਹੈ, ਹੱਥ 'ਚ ਉਹਦੇ ਝੰਡਾ ਹੈ, ਝੰਡਾ ਲਹਿਰਾਉਂਦਾ ਪਿਆ ਹੈ। ਉਹ ਮਦਰਸੇ ਦੇ ਬੂਹੇ ਅੱਗੇ ਖੜਾ ਹੋਇਆ ਹੈ। ਮਦਰਸੇ ਦੇ ਬਾਹਰ ਮੇਨ ਗੇਟ 'ਤੇ ਖੜਾ ਹੈ। ਉਹ ਸਾਹਮਣੇ ਛੋਟਾ ਜਿਹਾ ਇੱਕ ਬੱਚਾ, ਉਹਦੇ ਹੱਥ 'ਚ ਇੱਕ ਛੋਟਾ ਜਿਹਾ ਮਦਰਸੇ ਦਾ ਝੰਡਾ ਹੈ ਤੇ ਬਾਰ-ਬਾਰ ਲਹਿਰਾ ਰਿਹਾ ਹੈ। ਯਾਨੀ ਕਿ ਇਸ ਡਬਲ ਮੇਨ ਰੋਡ ਤੋਂ ਸਿਰਫ ਚੰਦ ਕਦਮ ਫਾਸਲਾ, ਉਹ ਸਾਹਮਣੇ ਬਿਲਕੁਲ ਚੰਦ ਕਦਮ ਫਾਸਲਾ, ਜਿੱਥੇ ਦੋਸਤਾਂ ਨੂੰ ਮੈਂ ਇੱਕ ਛੋਟਾ ਜਿਹਾ ਬੱਚਾ ਦਿਖਾਇਆ ਹੈ ਜ਼ੂਮ ਕਰਕੇ। ਉੱਥੇ ਆਪਣੇ ਕੋਲ 2 ਏਕੜ ਜ਼ਮੀਨ ਜ਼ਰਾਈ, ਰਿਹਾਇਸ਼ੀ ਐਂਡ ਕਮਰਸ਼ਲ। ਆ ਵੇਖੋ ਦੋਸਤੋ, ਜਿਹੜੀ ਸਾਈਡ 'ਤੇ ਗੱਡੀ ਜਾ ਰਹੀ ਹੈ ਤੇ ਇਸ ਸਾਈਡ 'ਤੇ ਪਾਕਪਤਨ ਸ਼ਹਿਰ ਹੈ, ਜ਼ਿਲ੍ਹਾ ਪਾਕਪਤਨ ਸ਼ਰੀਫ ਸਾਹਮਣੇ ਇਸ ਸਾਈਡ 'ਤੇ। ਇਹ ਡਬਲ ਮੇਨ ਰੋਡ ਇਹਨੂੰ ਕਹਿੰਦੇ ਨੇ, ਪਾਕਪਤਨ ਆਰਿਫ ਵਾਲਾ ਡਬਲ ਮੇਨ ਰੋਡ। ਉਹ ਸਾਹਮਣੇ ਜਿੱਥੇ ਗੱਡੀ ਜਾ ਰਹੀ ਹੈ, ਜਿੱਥੇ ਇਸ ਟਾਈਮ ਗੱਡੀ ਪਹੁੰਚ ਗਈ ਹੈ, ਇੱਥੇ ਆਪਣੇ ਕੋਲ 2 ਏਕੜ ਜ਼ਮੀਨ ਹੈ ਤੇ ਇਸ ਸਾਈਡ 'ਤੇ ਆਰਿਫ ਵਾਲਾ ਸ਼ਹਿਰ ਹੈ। ਆ ਵੇਖੋ ਦੋਸਤੋ, ਇਸ ਸਾਈਡ 'ਤੇ ਆਰਿਫ ਵਾਲਾ ਸ਼ਹਿਰ ਹੈ। ਤਕਰੀਬਨ ਇੱਥੋਂ 5 ਜਾਂ ਲਾਸਟ 6 ਕਿਲੋਮੀਟਰ ਦੇ ਫਾਸਲੇ 'ਤੇ, ਬਲਕਿ ਤੁਸੀਂ 4-5 ਕਿਲੋਮੀਟਰ ਕਹਿ ਸਕਦੇ ਜੀ। ਇਹ ਡਬਲ ਮੇਨ ਰੋਡ ਦੋਸਤੋ ਉਹੀ ਡਬਲ ਮੇਨ ਰੋਡ ਹੈ ਜਿਹਦੇ ਬਾਰੇ 'ਚ ਮੈਂ ਅਕਸਰ ਗੱਲ ਕਰਦਾ ਹੁੰਦਾ। ਅਗਰ ਤੁਸੀਂ ਇੰਟਰਨੈਟ 'ਤੇ ਚੈੱਕ ਕਰੋਗੇ ਨਾ, ਉੱਥੇ ਲਿਖਿਆ ਆਵੇਗਾ ਦਿੱਲੀ ਮੇਨ ਰੋਡ। ਆ ਵੇਖੋ ਦੋਸਤੋ, ਇਹ ਮੌਕੇ 'ਤੇ ਆ ਗਏ ਆ। ਇਹ ਮਦਰਸਾ ਅਤੇ ਮਦਰਸੇ ਦੇ ਬਾਹਰ ਇਹ ਛੋਟਾ ਜਿਹਾ ਬੱਚਾ, ਜਿਹੜਾ ਮੈਂ ਦੋਸਤਾਂ ਨੂੰ ਉੱਥੋਂ ਜ਼ੂਮ ਕਰਕੇ ਦਿਖਾਇਆ ਸੀ। ਦੋਸਤੋ ਇਹ ਗੱਲਾਂ ਮੈਂ ਤਾਂ ਕਰਦਾ ਪਿਆ ਤਾਂ ਕਿ ਦੋਸਤਾਂ ਨੂੰ ਅੱਛੀ ਤਰ੍ਹਾਂ ਸਮਝ ਆ ਸਕੇ। ਦੋਸਤਾਂ ਨੇ ਇਹ ਬੱਚਾ ਦੇਖਿਆ ਸੀ। ਅਤੇ ਵੇਖੋ ਦੋਸਤੋ, ਇਹ ਆਪਣੇ ਕੋਲ ਇਹ ਜ਼ਮੀਨ ਹੈ ਮਦਰਸੇ ਦੀ ਦੀਵਾਰ ਦੇ ਨਾਲ। ਇਹ 2 ਏਕੜ ਇਹ ਜ਼ਮੀਨ ਹੈ। ਦਰਮਿਆਨ ਦੇ ਵਿੱਚ ਇਹ ਰਸਤਾ ਜਿਹੜਾ ਕਿ ਛੱਡਿਆ ਸੀ, ਆ ਵੇਖੋ, ਕਿ ਕਲੋਨੀ ਕੱਟਣ ਲਈ, ਯਾਨੀ ਕਿ ਪਲਾਟ ਦੀ ਕਟਿੰਗ ਕਰਨ ਲਈ ਹੈ। ਚਾਹੇ ਪਲਾਟ ਸੇਲ ਹੋ ਜਾਵਣ, ਉਹ ਇੱਕ ਅਲੱਗ ਬਾਤ ਹੈ, ਲੇਕਿਨ ਇਹ 2 ਏਕੜ ਇਹ ਜ਼ਮੀਨ ਇਹ ਫਾਰ ਸੇਲ ਹੈ। ਇਹ ਇਹਦਾ ਫਰੰਟ ਵੇਖ ਲਓ, ਤੁਹਾਡੇ ਸਾਹਮਣੇ ਕਾਫੀ ਵਸੀਅ ਫਰੰਟ। ਉਹ ਸਾਹਮਣੇ ਜਿੱਥੇ ਕਿ ਪਿੱਛੇ ਮਿੱਟੀ ਵਾਲਾ ਟੀਲਾ ਨਜ਼ਰ ਆ ਰਿਹਾ ਹੈ, ਉਹ ਪੱਠਾ ਹੈ। ਪੱਠੇ ਤੱਕ ਆਪਣੀ ਜ਼ਮੀਨ ਲੱਗਦੀ 2 ਏਕੜ। ਉਹ ਸਾਹਮਣੇ ਪੱਠਾ ਹੈ, ਪੱਠੇ ਤੱਕ ਆਪਣੀ ਜ਼ਮੀਨ ਲੱਗਦੀ ਹੈ। ਆਹ ਵੇਖੋ ਦੋਸਤੋ, ਜਿੱਥੇ ਫਸਲ ਹੈਗੀ ਨਾ, ਉਹਨਾਂ ਤੱਕ ਆਪਣੀ ਜ਼ਮੀਨ ਹੈਗੀ ਜੇ। ਅਤੇ ਇਸ ਸਾਈਡ 'ਤੇ ਵੇਖੋ, ਇਹ ਮਦਰਸਾ ਜਿੱਥੇ ਬਾਹਰ ਬੱਚਾ ਖੜਾ ਸੀ ਹੈ, ਅਤੇ ਆਪਣੇ ਬਿਲਕੁਲ ਸਾਹਮਣੇ ਕੋਲਡ ਸਟੋਰ। ਦੋਸਤੋ ਇਹ ਕੋਲਡ ਸਟੋਰ ਏਰੀਆ ਜੇ। ਇੱਥੇ ਦਾएं ਬਾएं ਸੱਜੇ ਖੱਬੇ ਕੋਲਡ ਸਟੋਰ ਅਤੇ ਪੱਠੇ ਮੌਜੂਦ ਨੇ। ਯਾਨੀ ਕਿ ਦੋਸਤੋ ਇਹ ਆਪਣੇ ਆਰਿਫ ਵਾਲੇ ਸ਼ਹਿਰ ਦਾ ਬੜਾ ਹੀ ਖ਼ਾਸ ਮੌਕਾ ਹੈ। ਆ ਵੇਖੋ, ਇਹ ਵੀ ਦੋਸਤੋ ਇੱਕ ਕਾਰਪੇਟ ਰੋਡ ਹੈ, ਜਿੱਥੇ ਕਿ ਇੱਥੇ ਇਹ ਰਸਤਾ ਦਰਮਿਆਨ ਦੇ ਵਿੱਚ ਦੋਸਤਾਂ ਨੂੰ ਮੈਂ ਦਿਖਾ ਚੁੱਕਿਆ। ਇਹ ਕਾਰਪੇਟ ਰੋਡ ਹੈ, ਜਿੱਥੇ ਕਿ ਪੱਕਾ ਰੋਡ, ਜਿੱਥੇ ਇਹ ਜ਼ਮੀਨ ਦਾ 2 ਏਕੜ, ਜਿੱਥੇ ਕਿ ਆਪਣੀ ਜ਼ਮੀਨ ਦਾ ਫਰੰਟ ਹੈਗਾ। ਇਹ ਸਾਹਮਣੇ ਇਸ ਸਾਈਡ 'ਤੇ ਮੈਂ ਦੋਸਤਾਂ ਨੂੰ ਦਿਖਾ ਚੁੱਕਿਆ ਕਿ ਮੇਨ ਰੋਡ ਬਿਲਕੁਲ ਕਰੀਬ, ਬਿਲਕੁਲ ਚੰਦ ਕਦਮਾਂ ਦੇ ਫਾਸਲੇ 'ਤੇ ਇੱਥੋਂ ਮੇਨ ਰੋਡ ਹੈ। ਉਹ ਸਾਹਮਣੇ ਵੇਖੋ, ਫਸਲ ਤੱਕ ਆਪਣੀ ਇਹ ਜ਼ਮੀਨ ਹੈਗੀ ਜੇ, ਯਾਨੀ ਕਿ ਇੰਨਾ ਫਰੰਟ ਹੈਗਾ ਜੇ। ਵੇਖੋ ਇਹ ਦੋਸਤਾਂ ਨੂੰ ਮੈਂ ਅੱਛੇ ਤਰੀਕੇ ਨਾਲ ਆਸ-ਪਾਸ ਦਾ ਮਾਹੌਲ, ਇਹ ਆਪਣੇ ਸਾਹਮਣੇ ਕੋਲਡ ਸਟੋਰ ਹੈ। ਦੋਸਤੋ ਇਹ ਆਪਣੀ 2 ਏਕੜ ਜ਼ਮੀਨ ਖ਼ਾਸ ਤੌਰ 'ਤੇ ਕੋਲਡ ਸਟੋਰ ਲਈ ਬੜੀ ਹੀ ਫਾਇਦੇਮੰਦ ਹੈ, ਕਿਉਂਕਿ ਇਹ ਕੋਲਡ ਸਟੋਰ ਏਰੀਆ ਹੈ। ਇੱਥੇ ਦਾएं ਬਾएं ਸੱਜੇ ਖੱਬੇ ਕੋਲਡ ਸਟੋਰ ਮੌਜੂਦ ਨੇ ਅਤੇ ਬੈਕ ਸਾਈਡ 'ਤੇ ਪੱਠਾ ਮੌਜੂਦ ਹੈ। ਅਤੇ ਆਪਣੀ ਵੇਖੋ, ਇਹ ਜਿਹੜੀ ਦੀਵਾਰ ਹੈਗੀ ਹੈ, ਇਹ ਮਦਰਸੇ ਦੀ ਦੀਵਾਰ ਹੈ। ਸਾਹਮਣੇ ਕੋਲਡ ਸਟੋਰ, ਜਿਵੇਂ ਕਿ ਸਾਹਮਣੇ ਵੀ ਪੱਠਾ ਮੌਜੂਦ ਹੈ ਇਸ ਡਬਲ ਮੇਨ ਰੋਡ 'ਤੇ। ਅਤੇ ਇਸ ਪੱਠੇ ਦੇ ਪਹਿਲੀ ਸਾਈਡ 'ਤੇ ਮਦਰਸਾ ਹੈ ਅਤੇ ਮਦਰਸੇ ਦੇ ਨਾਲ ਆਪਣੀ 2 ਏਕੜ ਜ਼ਮੀਨ ਹੈ। ਆਪਣੀ ਜ਼ਮੀਨ ਦੇ ਬੈਕ ਸਾਈਡ 'ਤੇ ਵੀ ਇੱਟਾਂ ਵਾਲਾ ਪੱਠਾ ਹੈ ਅਤੇ ਆਪਣੀ ਜ਼ਮੀਨ ਦੇ ਬਿਲਕੁਲ ਸਾਹਮਣੇ ਕੋਲਡ ਸਟੋਰ ਹੈ। ਅਤੇ ਬਕਾਇਦਾ ਇੱਥੇ 3-4 ਬਲਕਿ 4-5 ਇੱਥੇ ਕੋਲਡ ਸਟੋਰ ਮੌਜੂਦ ਨੇ ਆਪਣੀ ਜ਼ਮੀਨ ਦੇ ਨਾਲ। ਯਾਨੀ ਕਿ ਦੋਸਤੋ ਇਹ ਕੋਲਡ ਸਟੋਰ ਏਰੀਆ ਹੈ। ਇਸ ਸਾਈਡ 'ਤੇ ਦੋਸਤਾਂ ਨੂੰ ਮੈਂ ਪਹਿਲੇ ਗੱਲ ਕਰ ਚੁੱਕਿਆ ਕਿ ਪਾਕਪਤਨ ਸ਼ਹਿਰ ਹੈ। ਦੋਸਤੋ ਇਹ ਆਰਿਫ ਵਾਲਾ ਪਾਕਪਤਨ ਡਬਲ ਮੇਨ ਰੋਡ ਹੈ। ਇਹ ਉਹੀ ਮੇਨ ਰੋਡ ਹੈ ਜਿਹਨੂੰ ਤੁਸੀਂ ਬੂਰਾ ਵਿਹਾੜੀ ਮਲਤਾਨ ਰੋਡ ਵੀ ਕਹਿ ਸਕਦੇ ਜੇ। ਬੂਰਾ ਵਿਹਾੜੀ ਮਲਤਾਨ ਰੋਡ ਵੀ ਕਹਿ ਸਕਦੇ ਜੇ।
ਆਰਿਫ ਵਾਲਾ ਪਾਕਪਤਨ ਮੇਨ ਰੋਡ ਵੀ ਕਹਿ ਸਕਦੇ ਜੀ। ਅਤੇ ਬਾਕੀ ਦੋਸਤੋ ਮੈਂ ਤੁਹਾਨੂੰ ਇਹ ਗੱਲ ਕਰ ਚੁੱਕਿਆ, ਅਗਰ ਤੁਸੀਂ ਇੰਟਰਨੈਟ 'ਤੇ ਚੈੱਕ ਕਰੋਗੇ ਨਾ, ਉੱਥੇ ਲਿਖਿਆ ਆਵੇਗਾ ਦਿੱਲੀ ਮੇਨ ਰੋਡ, ਕਿਉਂਕਿ ਇਹ ਪਾਕਿਸਤਾਨ ਦਾ ਸਭ ਤੋਂ ਲੰਮਾ ਸਭ ਤੋਂ ਪੁਰਾਣਾ ਮੇਨ ਰੋਡ ਹੈ। ਦੋਸਤੋ ਇਹ ਗੱਲ ਮੈਂ ਨਹੀਂ ਕਰਦਾ ਪਿਆ, ਤੁਸੀਂ ਚੈੱਕ ਕਰ ਸਕਦੇ ਜੀ ਆਪਣੀ ਮਰਜ਼ੀ ਦੇ ਮੁਤਾਬਕ, ਜਿੱਥੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਜੀ। ਇਹ ਪਾਕਿਸਤਾਨ ਦਾ ਸਭ ਤੋਂ ਲੰਮਾ ਸਭ ਤੋਂ ਪੁਰਾਣਾ ਮੇਨ ਰੋਡ ਹੈ, ਜਿਹਨੂੰ ਕਹਿੰਦੇ ਨੇ ਦਿੱਲੀ ਮੇਨ ਰੋਡ, ਜਿਹੜਾ ਕਿ ਕਿਸੇ ਦੌਰ 'ਚ ਮਲਤਾਨ ਤੋਂ ਲੈ ਕੇ ਦਿੱਲੀ ਤੱਕ ਜਾ ਰਿਹਾ ਸੀ। ਔਰ ਸਾਹਮਣੇ ਜਿੱਥੇ ਬੱਚਾ ਖੜਾ ਹੈ ਮਦਰਸੇ ਦੇ ਬਾਹਰ, ਉੱਥੇ ਆਪਣੀ ਜ਼ਮੀਨ ਨੇ ਦੋਸਤਾਂ ਨੂੰ ਮੈਂ ਸਾਰਾ ਮੌਕਾ ਦਿਖਾ ਚੁੱਕਿਆ। ਅਤੇ ਦੋਸਤੋ ਆਰਿਫ ਵਾਲੇ ਦੀ ਇਹ ਜ਼ਮੀਨ ਹੈ, ਅਤੇ ਮੇਰੇ ਦੋਸਤਾਂ ਨੂੰ ਪਤਾ ਹੈ ਇਹਦੇ ਵਿੱਚ ਕੋਈ ਓਲਾ ਨਹੀਂ, ਕਿ ਆਰਿਫ ਵਾਲੇ ਦੇ ਇਲਾਕੇ ਦੇ ਵਿੱਚ ਵੈਸੇ ਜਿਹੜੀ ਆਮ ਜ਼ਰਾਈ ਜ਼ਮੀਨ ਨਾ, ਜਿਹੜੀ ਕਿ ਡਬਲ ਰੋਡ ਤੋਂ ਕਾਰਪੋਰੇਟ ਰੋਡ ਤੋਂ ਦੂਰ ਹੁੰਦੀ ਹੈ, ਯਾਨੀ ਕਿ ਜਿਹੜੀ ਆਮ ਵੈਸੇ ਜ਼ਰਾਈ ਜ਼ਮੀਨ ਹੁੰਦੀ ਹੈ, ਉਹਦਾ ਇੱਥੇ ਰੇਟ ਚੱਲਦਾ ਪਿਆ 60 ਲੱਖ ਰੁਪਇਆ ਫੀ ਏਕੜ। 50 ਲੱਖ ਤੋਂ ਲੈ ਕੇ 60 ਲੱਖ ਤੱਕ ਫੀ ਏਕੜ ਇਸ ਇਲਾਕੇ ਦੇ ਵਿੱਚ ਆਮ ਜ਼ਰਾਈ ਜ਼ਮੀਨ ਦਾ ਰੇਟ ਚੱਲਦਾ ਪਿਆ, ਜਿਹੜੀ ਕਿ ਜ਼ਮੀਨ ਸਿਰਫ ਆਪਾਂ ਜ਼ਰਾਈ ਦੇ ਤੌਰ 'ਤੇ ਇਸਤੇਮਾਲ ਕਰ ਸਕਨੇ ਹਾਂ। ਯਾਨੀ ਕਿ ਜਿਹੜੀ ਜ਼ਮੀਨ ਇੱਥੇ ਆਪਾਂ ਆਰਿਫ ਵਾਲੇ ਦੇ ਇਲਾਕੇ 'ਚ ਜ਼ਰਾਈ ਦੇ ਤੌਰ 'ਤੇ ਇਸਤੇਮਾਲ ਕਰ ਸਕਨੇ ਹਾਂ ਨਾ, ਉਹਦਾ ਇੱਥੇ ਰੇਟ ਚੱਲਦਾ ਪਿਆ 50 ਤੋਂ 60 ਲੱਖ ਰੁਪਇਆ ਫੀ ਏਕੜ। ਤੁਸੀਂ ਜਿੱਥੋਂ ਵੀ ਮਾਲੂਮਾਤ ਲੈ ਸਕਦੇ ਜੀ, ਤੁਸੀਂ ਇੱਥੋਂ ਮੌਕੇ 'ਤੇ ਆ ਕੇ ਸੱਜੋ ਖੱਬਿਓਂ ਤੁਸੀਂ ਇੱਥੋਂ ਮਾਲੂਮਾਤ ਲੈ ਸਕਦੇ ਜੀ ਕਿ ਆਪਣੇ ਆਰਿਫ ਵਾਲੇ ਦੇ ਇਲਾਕੇ ਦੇ ਵਿੱਚ ਜ਼ਮੀਨ ਦਾ ਰੇਟ ਕੀ ਚੱਲਦਾ ਪਿਆ। ਲਿਹਾਜ਼ਾ ਦੋਸਤੋ ਜਿਹੜੀ ਇਹ ਜ਼ਮੀਨ ਹੈਗੀ 2 ਏਕੜ, ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ 2.5 ਕਰੋੜ ਰੁਪਇਆ। ਦੋਸਤੋ 2 ਕਰੋੜ ਅਤੇ 50 ਲੱਖ ਰੁਪਇਆ ਫੀ ਏਕੜ ਇਹ ਜ਼ਮੀਨ ਦੀ ਡਿਮਾਂਡ, ਯਾਨੀ ਕਿ 2 ਏਕੜ ਜ਼ਮੀਨ ਦੀ ਡਿਮਾਂਡ 5 ਕਰੋੜ ਰੁਪਇਆ ਇਹ ਮਾਲਕ ਨੇ ਕੀਤੀ। ਬਾਕੀ ਇਹਦੇ ਵਿੱਚ ਕੋਈ ਓਲਾ ਨਹੀਂ ਹੈਗਾ, ਤੁਸੀਂ ਮੌਕੇ 'ਤੇ ਆਉਣਾ ਹੈ, ਤੁਸੀਂ ਮਾਲਕ ਦੇ ਸਾਹਮਣੇ ਹੀ ਬੈਠਣਾ ਹੈ, ਤੁਸੀਂ ਇੱਥੋਂ ਆਸ-ਪਾਸ ਸੱਜੇ ਖੱਬੇ ਜ਼ਮੀਨ ਦੀ ਮਾਲੂਮਾਤ ਲੈਣੀ ਹੈ, ਇੱਥੇ ਕੀ ਰੇਟ ਚੱਲਦਾ ਪਿਆ, ਇੱਥੇ ਜ਼ਮੀਨਾਂ ਕਿਸ ਰੇਟ ਸੇਲ ਹੁੰਦੀਆਂ ਪਈਆਂ ਨੇ, ਹਰ ਇੱਕ ਚੀਜ਼ ਤੁਹਾਡੇ ਦੋਸਤਾਂ ਦੇ ਸਾਹਮਣੇ ਆ ਜਾਣੀ ਖੁੱਲ੍ਹੇ ਆਇਨੇ ਦੀ ਤਰ੍ਹਾਂ। ਲਿਹਾਜ਼ਾ ਤੁਸੀਂ ਕਿਸੇ ਦੇ ਗਲਤ ਕਮੈਂਟ 'ਤੇ ਇਤਬਾਰ ਨਹੀਂ ਕਰਨਾ। ਇਹ ਸਾਹਮਣੇ ਡਾਇਰੈਕਟ ਮੇਰਾ ਯਾਨੀ ਕਿ ਅਬਦੁਲ ਵਾਹਿਦ ਦਾ WhatsApp ਨੰਬਰ ਮੌਜੂਦ ਹੈ, ਲੇਕਿਨ ਦੋਸਤੋ ਗੱਲ ਸਿੱਧੀ ਕਰਨੀ ਚੰਗੀ ਹੁੰਦੀ ਹੈ, ਨੋ ਕਾਲ, ਖਾਲੀ WhatsApp ਨੰਬਰ। ਤੁਸੀਂ ਵਾਇਸ ਮੈਸੇਜ ਕਰੋਗੇ, ਚੈਟ ਕਰੋਗੇ, ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ। ਇਹ ਹੁੰਦਾ 1 ਨੰਬਰ ਕੰਮ ਦਾ ਪੱਕਾ ਸਬੂਤ। ਸਾਹਮਣੇ ਦਿੱਤੇ ਗਏ ਨੰਬਰ 'ਤੇ ਨੋ ਕਾਲ, ਤੁਸੀਂ WhatsApp 'ਤੇ ਰਾਬਤਾ ਕਰੋ ਮੇਰੇ ਨਾਲ, ਵਾਇਸ ਮੈਸੇਜ ਕਰੋ, ਚੈਟ ਕਰੋ, ਮੌਕੇ 'ਤੇ ਆਓ, ਤੁਹਾਨੂੰ ਦੋਸਤਾਂ ਨੂੰ ਮਾਲਕ ਦੇ ਸਾਹਮਣੇ ਬਿਠਾਵਾਂਗੇ। ਅਤੇ ਦੋਸਤੋ ਇਨਸ਼ਾ ਤਾਲਾ ਬਸ਼ਰਤੇ ਜ਼ਿੰਦਗੀ ਬਾ ਫਜ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ 'ਤੇ। ਅੱਲਾ ਹਾਫਿਜ਼।